ਆਖਾ ਨਾਮ ਬਿਨਾ ਤਨ ਅੰਧ। ਗੁਰਦੇਵ ਕਹਿੰਦੇ ਨੇ ਅੰਨ ਤੇ ਅੰਨੇ ਮਨੁੱਖ ਦੀ ਰੱਬ ਕਰਕੇ ਨਾ ਹੋਵੇ ਹਾਲਤ ਕੀ ਹੁੰਦੀ ਹੈ। ਅੰਨੇ ਮਨੁੱਖ ਦੀ ਹਾਲਤ ਇਹ ਵੇ ਉਸ ਨੂੰ ਰਸਤਾ ਨਹੀਂ ਦਿਸ ਰਿਹਾ। ਤੇ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਤੋਂ ਬਗੈਰ ਇਹ ਜੀਵ ਅੰਨਾ ਹੈ। ਤੇ ਨਾਮ ਹੈ ਗੁਰੂ ਦੇ ਮੱਤ ਦਾ, ਗੁਰੂ ਦੇ ਉਪਦੇਸ਼ ਦਾ। ਨਾਮ ਹੋਰ ਕਿਸ ਨੂੰ ਕਹਿੰਦੇ ਨੇ? ਅਸੀਂ ਲੋਕ ਕਹਿੰਦੇ ਆ ਮੈਂ ਨਾਮ ਲਿਆ ਏ, ਮੈਂ ਅੰਮ੍ਰਿਤ ਛਕਿਆ ਏ, ਮੈਂ ਦੀਕਸ਼ਾ ਲਈ ਏ। ਨਾਮ ਕਹਿੰਦੇ ਕਿਹਨੂੰ ਨੇ? ਸਹੀ ਮਾਇਨਿਆਂ ਵਿੱਚ ਨਾਮ ਉਹ ਬੇੜਾ ਹੈ, ਉਹ ਜਹਾਜ਼ ਹੈ, ਉਹ ਤੁਲਾ ਹੈ ਜਿਹੜਾ ਸੰਸਾਰ ਸਮੁੰਦਰ ਤੋਂ ਪਾਰ ਕਰਕੇ ਨਾਮੀ ਕੋਲ ਲੈ ਜਾਂਦਾ ਹੈ। ਇਹ ਬਹੁਤ ਡਰਾਵਣਾ ਸਮੁੰਦਰ ਹੈ ਸੰਸਾਰ, ਜਿਹਦੇ ਵਿੱਚ ਅੱਗ ਬਲ ਰਹੀ ਹੈ। ਇਹ ਗੁਰੂ ਨਾਨਕ ਪਾਤਸ਼ਾਹ ਨੇ ਦੀ ਪਰਿਭਾਸ਼ਾ ਬਿਆਨ ਕੀਤੀ ਬਾਣੀ 'ਚ। ਤਿਤ ਸਰਵੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੰਸਾਰ ਸਮੁੰਦਰ ਇੱਕ ਐਸਾ ਸਾਗਰ ਹੈ ਡਰਾਵਣਾ, ਜਿਹਦੇ ਵਿੱਚ ਅਸੀਂ ਲੋਕ ਰਹਿੰਦੇ ਹਾਂ, ਜਿਹਦੇ ਵਿੱਚ ਪਾਣੀ ਦੀ ਜਗ੍ਹਾ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ, ਵਿਕਾਰਾਂ ਦੀ ਅੱਗ ਬਲ ਰਹੀ ਹੈ। ਤੇ ਚਿੱਕੜ ਕਾਹਦਾ ਇਹਦੇ ਚ? ਪੰਕਜ ਮੋਹ, ਮੋਹ ਦਾ ਚਿੱਕੜ ਹੈ। ਕੋਈ ਨਾ ਕੋਈ ਬੰਦਾ ਕਿਤੇ ਨਾ ਕਿਤੇ ਮੋਹ ਦੇ ਚਿੱਕੜ ਵਿੱਚ ਫਸਿਆ ਹੋਇਆ ਜ਼ਰੂਰ। ਕੋਈ ਪੋਤਰੇ ਦੇ ਚਿੱਕੜ ਚ ਫਸਿਆ ਹੋਇਆ, ਕੋਈ ਪੁੱਤਰ ਦੇ ਚਿੱਕੜ ਚ ਫਸਿਆ, ਕੋਈ ਧੀ ਦੇ ਚਿੱਕੜ ਚ ਫਸਿਆ। ਮੈਂ ਬੇਨਤੀ ਕੀਤੀ ਸੀ ਕੱਲ ਜਾਂ ਪਰਸੋਂ ਕਿਸੇ ਜਗ੍ਹਾ ਤੇ ਕਿ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਾਰੀ ਦੁਨੀਆ ਦਾ ਦੌਰਾ ਕੀਤਾ ਹੈ, ਉਪਦੇਸ਼ ਕੀਤਾ ਹੈ, ਪਰਮੇਸ਼ਰ ਦੇ ਨਾਮ ਦਾ ਡੰਕਾ ਵਜਾਇਆ ਹੈ। ਪਰ ਗੁਰੂ ਨਾਨਕ ਸਾਹਿਬ ਨੇ ਕਦੀ ਵੀ ਆਪਣੇ ਬੱਚਿਆਂ ਵਾਸਤੇ ਜਾਂ ਆਪਣੀ ਘਰਵਾਲੀ ਵਾਸਤੇ ਕਿਧਰੋਂ ਸੂਟ ਨਹੀਂ ਖੜਿਆ ਆਪਣੇ ਘਰ। ਐਸਾ ਨਹੀਂ, ਕਿਤੇ ਨਹੀਂ ਮਿਲਦਾ ਇਤਿਹਾਸ ਵਿੱਚ ਕਿ ਗੁਰੂ ਨਾਨਕ ਸਾਹਿਬ ਨੇ ਆਖਿਆ ਹੋਵੇ ਮੈਂ ਆਪਣੀ ਘਰਵਾਲੀ ਵਾਸਤੇ ਸੂਟ ਲੈ ਜਾਵਾਂ, ਆਪਣੇ ਬੱਚਿਆਂ ਵਾਸਤੇ ਸੂਟ ਲੈ ਜਾਵਾਂ, ਜਾਂ ਮੈਂ ਹੋਰ ਕੁਝ ਚੀਜ਼ ਲੈ ਜਾਵਾਂ ਘਰ। ਕੇਵਲ ਤੇ ਕੇਵਲ ਕੀ ਲਿਆਂਦਾ ਗੁਰੂ ਨਾਨਕ ਸਾਹਿਬ ਜੀ ਨੇ? ਬਾਬਾ ਫਰੀਦ ਦੀ ਪਰੰਪਰਾ ਤੇ ਗਏ ਤੇ ਉੱਥੋਂ ਬਾਣੀ ਲਿਆਏ ਕਿ ਮੇਰੀ ਆਉਣ ਵਾਲੀ ਔਲਾਦ ਸਿੱਖ ਬੱਚੇ ਇਸ ਨੂੰ ਖਿਡੌਣਿਆਂ ਨੂੰ ਪੜ੍ਹਨ ਕਰਨਗੇ, ਖੇਡਣ ਕਰਨਗੇ, ਜੀਵਨ ਬਣਾਉਣਗੇ। ਇਹ ਦਾਤ ਦਿੱਤੀ ਸਾਨੂੰ। ਭਗਤ ਜੈਦੇਵ ਜੀ ਦੇ ਘਰ ਗਏ ਤਾਂ ਉੱਥੋਂ ਬਾਣੀ ਲੈ ਕੇ ਆਏ ਕਿ ਆਉਣ ਵਾਲੀ ਮੇਰੀ ਔਲਾਦ ਇਸ ਦਾ ਰੰਗ ਮਾਣੇਗੀ। ਇਹ ਦਾਤ ਗੁਰੂ ਨਾਨਕ ਪਾਤਸ਼ਾਹ ਨੇ ਲੈ ਕੇ ਦਿੱਤੀ ਸਾਡੇ ਵਾਸਤੇ, ਆਪਣੇ ਬੱਚਿਆਂ ਵਾਸਤੇ, ਕਲਯੁਗੀ ਜੀਵਾਂ ਵਾਸਤੇ। ਤਾਂ ਸਤਿਗੁਰੂ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ। ਪੰਕਜ ਮੋਹ ਪਗ ਨਹੀਂ ਚੱਲ। ਆਖਿਆ ਮੋਹ ਦਾ ਇਹਦੇ ਵਿੱਚ ਚਿੱਕੜੇ ਪੈਰ ਵਿੱਚੋਂ ਨਿਕਲਦਾ ਹੀ ਨਹੀਂ। ਦਲਦਲ ਹੈ, ਬੰਦਾ ਹੋਰ ਫਸਦਾ, ਹੋਰ ਫਸਦਾ, ਹੋਰ ਫਸਦਾ, ਪੁੱਤਰਾਂ ਤੱਕ ਹੋਰ ਫਸਦਾ, ਪੋਤਰਿਆਂ ਤੱਕ ਹੋਰ ਫਸ ਜਾਂਦਾ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਲਈ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਵੇਖ ਰਿਹਾ ਡੁੱਬ ਰਹੇ ਨੇ ਲੋਕ ਵਿੱਚ। ਤਾਂ ਸਤਿਗੁਰੂ ਜੀ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ। ਮਹਾਰਾਜ ਕਹਿੰਦੇ ਨੇ ਨਾਮ ਤੋਂ ਬਿਨਾ ਇਹ ਸਰੀਰ ਅੰਧਾ ਹੈ। ਤੇ ਹੁਣ ਕਿਸੇ ਨੂੰ ਕਹਿ ਲਈਏ ਵੀ ਅੰਮ੍ਰਿਤ ਛਕ ਲੈ, ਉਹ ਕਹਿੰਦਾ ਲੋੜ ਹੀ ਕੋਈ ਨਹੀਂ। ਕਿਹੜੇ ਕੰਮ ਹੋਣੇ? ਬਚਨ ਹੈ। ਸਤਿਗੁਰ ਕਹਿੰਦੇ ਨੇ ਨਾਮ ਤੋਂ ਬਗੈਰ ਤਨ ਅੰਨਾ ਹੈ। ਯਾਦ ਰੱਖਣਾ, ਭਾਵੇਂ ਬੰਦਾ ਉਹ ਕਿਸੇ ਸੰਪਰਦਾ ਵਿੱਚ ਹੈ,
जे वो गुरु वाला नहीं तो वो अन्ना ही है। भावें कोई मुसलमान है, भावें कोई हिंदू है, भावें कोई क्रिश्चियन है, ते भावें कोई सिख है। जे वो गुरु दी मत विच नहीं आया ते अन्ना है। बिल्कुल कोरा अन्ना है, कोई शक नहीं। ये गुरु साहब ने बाणी में आखे ने बचन, अंधे ए ना आखियां जिन मुख लोयन नाहे, अंधे से ही नानका खसमों कुत्थे जाहे। वो अन्ने ने, वो ते जिंदगी दा मार्ग भुल चुके ने, ते मार्ग भुल गया ते मंजिल भी भुल जाएगी। डायरेक्शन भुल चुके ने। तो सतगुरु कह रहे ने, बख्शिश कर रहे ने, महाराज कहने बिरथा नाम बिना तन अंध। वो तो शरीर अन्ना है। अज्ञानता दा हनेरा सब तो वड्डा हनेरा है। कई जन्मां तक दियां ठोकरां बना दिंदा है अज्ञानता दा हनेरा। रात दा हनेरा ते दूर हो जाता कुछ घंटिया बाद। रात दा हनेरा तुसी बिजली नाल दूर कर सकते हो, टॉर्च नाल दूर कर सकते हो, मोमबत्ती नाल दूर कर सकते हो, पर अज्ञानता ते अनात्म दा हनेरा बगैर गुरु तो दूर नहीं हो सकता। जे 100 चंदा उगमै सूरज चढ़ै हजार, एते चानन होंदियां गुर बिन घोर अंधार। गुरु नानक पातशाह कह रहे ने, नानक गुरु न चेतनी मन अपने सुचेत। सतगुरु ने अपने आप में बड़े होशियार समझने, लोगों ने गुरु की लोड़ ही कोई नहीं। उनका हाल की है, छुट्टे तिल बुआड़ जो सुंझे अंदर खेत। सतगुरु कहते ने, ओ खेत विच बुआड़ तिल वांगर एवें सुंझे छड्डी जांदे। कोई आउंदा इधरों डंडा मारदा, कोई आउंदा इधरों डंडा मारदा। खेता अंदर छुट्टियां कहो नानक 100 नहा नहा मैंने खसम पति। उन्होंने 100 खसम होंदे ने, कोई इधरों मारदा, कोई इधरों मारदा। फलियां फुलियां बपड़ा बीतन बिच सुहा। सतगुरु कहते ने, वो फले भी पैदा भी होया तिल, फलियां भी लगियां, पर विचों काला पै गया, सुहा हो गया। जिंदगी रूपी तिल जम्मिया भी 5-6 फुट का भी होया, 70-80 साल का भी हो गया, पर सुहा ही रह गया जीवन। यही है ना। पैदा भी होया, 50-70 साल की उम्र भी मिली, पर नाम तो बगैर अन्ना सुहा ही रह गया। तो सतगुरु कह रहे ने, बिरथा नाम बिना तन अंध। ते सतगुरु कहते ने, फिर उसकी हालत की है। अगली पंक्ति विच गुरुदेव बख्शिश कर रहे ने, मुख आवत ताकै दुर्गंध। मुख दे खखे नूं स्यारी है। सतगुरु कहते ने, ऐसे जीव दे मुंह विचों हर वेले बदबू आउंदी है। ते कादी बो? जद नाम नहीं पी रहा तो शराब तो पीवेगा ना। फिर जे नाम नहीं पी रहा तो तंबाकू तो पीवेगा ही। पक्की गल है ना। फिर कोई ना कोई ड्रग तो जरूर पिएगा ना, जे नाम नहीं पी रहा। जे नाम नहीं पी रहा तो फिर ड्रग पिएगा, तंबाकू पिएगा, शराब पिएगा, विकार पिएगा, बोलेगा माड़ा, फिर अंदरों दुर्गंध आएगी। जे गुरु की वडियाई नहीं बोल रहा तो फिर निंदा तो जरूर बोलेगा। कुछ ना कुछ तो बोलना मनुखी सुभाव है। जे नाम नहीं बोल रहा फिर निंदा बोलेगा, गाला बोलेगा, दुर्वचन बोलेगा। जे गुरु के वचन नहीं बोल रहा तो ईर्खा के शब्द बोलेगा। तो सतगुरु जी कह रहे ने, बख्शिश कर रहे ने, रहमत कर रहे ने,
बिरथा नाम बिना तन अंध, मुख आवत ताकै दुर्गंध, दुर्गंध मैंने बदबू। उस दे मूंह विचों खुशबू किवें आ सकदी है? खुशबू ते आउणी है गुरु दे बचनां विचों, गुणां विचों। ਤਾਂ ਸਤਿਗੁਰੂ ਕਹਿੰਦੇ ਨੇ ਉਸ ਦੇ ਮੂੰਹ ਵਿੱਚੋਂ ਹਮੇਸ਼ਾ ਬਦਬੂ ਆਉਂਦੀ ਹੈ, ਹੰਕਾਰ ਦੇ ਸ਼ਬਦਾਂ ਦੀ, ਈਰਖਾ ਦੇ ਸ਼ਬਦਾਂ ਦੀ, ਸ਼ਰਾਬ ਦੀ ਬੂ ਆਏਗੀ, ਤਮਾਕੂ ਦੀ ਬੂ ਆਵੇਗੀ। ਉਸ ਦੇ ਮੂੰਹ ਵਿੱਚੋਂ ਖੁਸ਼ਬੂ ਨਹੀਂ ਆ ਸਕਦੀ, ਕਿਉਂਕਿ ਖੁਸ਼ਬੂ ਤੇ ਆਉਣੀ ਸੀ ਨਾਮ ਨਾਲ, ਉਹ ਹੈ ਨਹੀਂ। ਤਾਂ ਕਈ ਵਾਰੀ ਬੰਦੇ ਆਰਟੀਫਿਸ਼ਲ ਖੁਸ਼ਬੂ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਆਰਟੀਫਿਸ਼ਲ ਖੁਸ਼ਬੂ ਕੁਝ ਸਮੇਂ ਬਾਅਦ ਫਿਰ ਬਦਬੂ ਵਿੱਚ ਬਦਲ ਜਾਂਦੀ ਹੈ। ਪਰ ਜੇ ਸਤਿਗੁਰੂ ਅੰਦਰ ਖੁਸ਼ਬੂ ਦੇ ਦੇਣ, ਪ੍ਰਗਟ ਕਰ ਦੇਣ ਉਸ ਖੁਸ਼ਬੂ ਨੂੰ, ਫਿਰ ਗੁਰੂ ਕਿਰਪਾ ਕਰੇ ਉਹ ਬਦਬੂ ਚ ਨਹੀਂ ਬਦਲਦੀ। ਤਾਂ ਗੁਰੂ ਸਾਹਿਬ ਨੇ ਬਾਣੀ ਚ ਆਖਿਆ, ਮੈਂ ਆਪਣੇ ਗੁਰੂ ਨੂੰ, ਪਰਮੇਸ਼ਰ ਨੂੰ ਵੇਖਿਆ, ਹੋਂ ਸੰਭਲ ਥੱਕੀ ਜੀਓ ਕਦੇ ਨਾ ਬੋਲੇ ਕੌੜਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਹੋਰਾ, ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨ। ਤਾਂ ਗੁਰੂ ਸਾਹਿਬ ਇਹ ਬਖਸ਼ਾਂ ਕਰ ਰਹੇ ਨੇ, ਰਹਿਮਤ ਕਰ ਰਹੇ ਨੇ। ਮਹਾਰਾਜ ਕਹਿੰਦੇ ਸਾਕਤ ਦੀ ਆਰਜਾ ਇਸੇ ਕਰਕੇ ਫਜ਼ੂਲ ਚਲੀ ਗਈ ਕਿਉਂਕਿ ਉਹਦੇ ਮੂੰਹ ਵਿੱਚੋਂ ਨਾਮ ਤੋਂ ਬਗੈਰ ਫਿਰ ਦੁਰਗੰਧ ਆ ਰਹੀ ਹੈ, ਉਹਦੇ ਕਰਮਾਂ ਵਿੱਚੋਂ ਹੱਥਾਂ ਵਿੱਚੋਂ ਚੋਰੀ ਦੀ ਬਦਬੂ ਆ ਰਹੀ ਹੈ, ਪੈਰਾਂ ਵਿੱਚੋਂ ਕਲੱਬਾਂ ਦੀ ਬਦਬੂ ਆ ਰਹੀ ਹੈ, ਕੰਨਾਂ ਵਿੱਚੋਂ ਮਾੜੇ ਨਾਦ ਦੀ ਬਦਬੂ ਆ ਰਹੀ ਹੈ। ਜੋ ਕੁਝ ਅੰਦਰ ਗਿਆ ਹੈ ਉਹੀ ਬਾਹਰ ਆਏਗਾ ਨਾ। ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਕਿਰਪਾਲਤਾ ਕਰ ਰਹੇ ਹਨ। ਹਾਂਜੀ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ। ਸਤਿਗੁਰੂ ਕਹਿੰਦੇ ਨੇ ਬਗੈਰ ਸਿਮਰਨ ਤੋਂ, ਬਗੈਰ ਉਸ ਦੀ ਇੱਕ ਰਸ ਯਾਦ ਤੋਂ, ਸਿਮਰਨ ਕਹਿੰਦੇ ਯਾਦ ਨੂੰ ਨੇ। ਸਿਮਰਨ ਦਾ ਮਤਲਬ ਹੈ ਨਿਰੰਤਰ ਯਾਦ, ਤੇ ਨਿਰੰਤਰ ਯਾਦ ਉਹਦੀ ਬਣਦੀ ਹੈ ਜਿਸ ਦੇ ਗੁਣ ਗਾਈਏ। ਜਿਉਂ-ਜਿਉਂ ਕਿਸੇ ਨੂੰ ਤੁਸੀਂ ਜ਼ਿਆਦਾ ਯਾਦ ਕਰਦੇ ਹੋ ਉਸ ਦੀ ਤਸਵੀਰ ਅੰਦਰ ਉਕਰਦੀ ਹੈ। ਜੇ ਯਾਦ ਨਫ਼ਰਤ ਨਾਲ ਹੋ ਰਿਹਾ ਹੈ ਤੇ ਅੰਦਰ ਨਫ਼ਰਤ ਪੈਦਾ ਹੋਏਗੀ, ਜੇ ਯਾਦ ਪਿਆਰ ਨਾਲ ਹੋ ਰਹੀ ਹੈ ਤੇ ਅੰਦਰ ਪਿਆਰ ਪੈਦਾ ਹੋਏਗਾ। ਜੇ ਯਾਦ ਨਫ਼ਰਤ ਨਾਲ ਹੋ ਰਹੀ ਹੈ ਅੰਦਰ ਦੂਰੀ ਪੈਦਾ ਹੋਏਗੀ, ਜੇ ਯਾਦ ਪਿਆਰ ਨਾਲ ਹੋ ਰਹੀ ਹੈ ਤੇ ਅੰਦਰ ਨੇੜਤਾ ਪੈਦਾ ਹੋਏਗੀ। ਕਈ ਵਾਰੀ ਬੰਦਾ ਨਫ਼ਰਤ ਨਾਲ ਵੀ ਕਿਸੇ ਨੂੰ ਯਾਦ ਕਰਦਾ ਹੈ। ਨਫ਼ਰਤ ਦੀ ਯਾਦ ਦੂਰੀ ਵਧਾਉਂਦੀ ਹੈ, ਪਿਆਰ ਦੀ ਯਾਦ ਨਜ਼ਦੀਕ ਲੈ ਆਉਂਦੀ ਹੈ। ਜਿਉਂ-ਜਿਉਂ ਤੁਸੀਂ ਕਿਸੇ ਨੂੰ ਪਿਆਰ ਨਾਲ ਯਾਦ ਕਰੋਗੇ ਤਿਉਂ-ਤਿਉਂ ਅੰਦਰ ਉਹਦਾ ਐਸਾ ਅਕਸ ਬਣ ਜਾਂਦਾ ਹੈ ਉਹਦੇ ਗੁਣਾਂ ਦਾ। ਉਸ ਦੇ ਗੁਣ ਹਿਰਦੇ ਵਿੱਚ ਪਰਪੱਕ ਹੋਣੇ ਸ਼ੁਰੂ ਹੋ ਜਾਂਦੇ ਨੇ। ਤਾਂ ਗੁਰੂ ਸਾਹਿਬ ਇਹ ਬਖਸ਼ਾਂ ਕਰ ਰਹੇ ਨੇ, ਰਹਿਮਤ ਕਰ ਰਹੇ ਨੇ। ਉਸ ਨੂੰ ਹੀ ਕਹਿੰਦੇ ਨੇ ਸਿਮਰਨ। ਤੇ ਸਿਮਰਨ ਕੇਵਲ ਅੱਖਰਾਂ ਤੱਕ ਨਹੀਂ ਹੈ, ਕੇਵਲ ਰਸਨਾ ਤੱਕ ਨਹੀਂ, ਇੱਥੋਂ ਤੇ ਸ਼ੁਰੂਆਤ ਹੋਣਾ ਹੈ। ਕਦੀ ਸਕੂਲ ਵਿੱਚ ਕਿਸੇ ਨੂੰ ਪੜ੍ਹਾਉਣ ਵਾਸਤੇ ਕੱਕੇ ਨਾਲ ਕੈ ਨਾਲ ਕਬੂਤਰ ਬਣਾਇਆ ਗਿਆ ਸੀ ਕਿ ਤੈਨੂੰ ਕਾਂ ਦੀ ਪਰਪੱਕਤਾ ਹੋ ਜਾਏ। ਵੈਸੇ ਤੇ ਕਲਮ ਵੀ ਕਾਂ ਨਾਲ ਹੈ, ਕਮਰਾ ਵੀ ਕਾਂ ਨਾਲ ਹੈ। ਕਬੂਤਰ ਦੀ ਫੋਟੋ ਕੇਵਲ ਤੇਰੀ ਪਰਪੱਕਤਾ ਵਾਸਤੇ ਨਾਲ ਬਣਾਈ ਸੀ, ਤੈਨੂੰ ਕਾਂ ਪਰਪੱਕ ਹੋ ਜਾਏ। 2 ਦੂਣੀ 4 ਦਾ ਪਹਾੜਾ ਤੈਨੂੰ ਇਸੇ ਵਾਸਤੇ ਪੜ੍ਹਾਇਆ ਗਿਆ ਸੀ ਕਿ ਬਾਅਦ ਵਿੱਚ ਤੈਨੂੰ ਫਿਰ ਇਹ 2 ਦੂਣੀ 4 ਨਹੀਂ ਕਹਿਣਾ ਪਏਗਾ।
सुते सिद्ध हो जाएगा। माफ करना शुरू तो वागुरु वागुरु राम राम अल्लाह अल्लाह सतनाम केवल रसना तक कहना एक अभ्यास है। ये सिमरन सिमरती बन जाए, ये जप जाप बन जाए, अजपा बन जाए, इत्थे जाके गुरु की कृपा नाल बख्शिश होएगी, दृढ़ हो जाए, परपक्क हो जाए। कई जन्मां तो संसार अंदर परपक्क होया है। कदी किसी ने अपने पुत्रां दा नाम लैके समाधि ला के याद नहीं किया, पर कदी किसी ने अपना पुत्र भुलिया नहीं। कदी किसी पति ने स्त्री दा नाम लैके सिमरन नहीं किया, पर उसनूं स्त्री भुली नहीं। कदी किसी स्त्री ने पति का नाम लैके या समाधियां नहीं लाइया, पर उसनूं नहीं भुलिया। कदी अपने घर कारां कोठियां जायदादां किसी ने याद नहीं कीतियां, समाधि ला के कर कदी भुलियां नहीं। मैं बेनती कर देना चाहना, जिस दिन बुद्धि विच निश्चय हो जाएगा कि परमेश्वर त्रैकाल सत है ते संसार असत है, बस उस दिन सिमरन बन जाएगा। उसी दिन ही ये अजपा जाप बन जाएगा। सुते सिद्ध तो गुरु साहब कह रहे ने, बख्शिश कर रहे ने, बिन सिमरन दिन रैन बिरथा बिहाए। महाराज कहते ने, बगैर उस दी याद तो दिन रात जीव दी जिंदगी एवें जा रही है। क्यों? क्योंकि याद उसनू कर रहा जेड़ा बिनसनहार है, नाशवान नू परपक्क कर रहा ते अविनाशी नू भुल रहा है, शरीर नू परपक्क कर रहा ते आत्मा नू भुल रहा है, प्रभता नू परपक्क कर रहा ते प्रभु नू भुल रहा है, सत्ता नू परपक्क कर रहा ते सत नू भुल रहा है। तो गुरु साहब कहते हैं, इस करके जिंदगी एवें जा रही है। बिन सिमरन दिन रैन बिरथा बिहाए। हाँ जी, करो कृपा। मेघ बिना ज्यों खेती जाए। सतगुरु जी बख्शिश कर रहे ने, जिस तरह बदल तो बगैर, बारिश तो बगैर। गुरु साहब ने बाणी में बड़ी जगह मेघ गुरु नू आख्या है ते जग्यासु नू बबिया आख्या है। गुरुदेव ने बाणी च आख्या, बाबीहा प्रियो प्रियो करे जल निध प्रेम प्यार, गुर मिले शीतल जल पाया सब दुख निवारण हार, तिस चूकै सहज उपजै चूकै कूक पुकार, नानक गुरमुख शांत होए नाम रखो उरधार। बाबीहा तू सच चो सच्चे सोने बुलाए। चो मैंने बोलना सिंधी भाषा है। आख्या, हे जग्यासु रूपी बबी है, तू केवल ते केवल सच बोलन दी आदत पाला है। बाबीहा तू सच चो सच्चे स्यों लिवलाए, बोलिया तेरा थाए पवै गुरमुख होए अलाए। अलाए मैंने अलापना। बोलिया तेरा थाए पवै गुरमुख होए अलाए, शब्द चीन तिख उतरै मन लै रजाए, चारे कुंडा झोक वरसदा बूंद पवै सहज सुभाए, जल ही ते सब उपजै बिन जल प्यास ना जाए, नानक हर जल जिन पिया तिस भूख न लगाए। गुरुदेव कह रहे हैं, पातशाह ये बख्शिश कर रहे हैं। महाराज कहने, जिवें मेघ तो बगैर, बदल तो बगैर, बारिश तो बगैर खेती एवें चली जाती है, तो जिहड़ी खेती एवें चली जाती है उसका बनता की है? गुरु अर्जन पातशाह जी एक वचन कहते ने माज राग विच, जल बिन शाख कुमलावती उपजै नाही दाम। सतगुरु कहते पानी तो बगैर बनस्पति कुमला जाती है, खेती कुमला जाती है, उपजै नाही दाम। फिर जिमीदार किसान को पैसे नहीं वटे जा सकते।
ਤੇ ਮਹਾਰਾਜ ਕਹਿੰਦੇ ਜਿਵੇਂ ਪਾਣੀ ਤੋਂ ਖੇਤੀ ਕੁਮਲਾ ਜਾਂਦੀ ਏ, ਇਹ ਜੀਵ ਰੂਪੀ ਖੇਤੀ ਗੁਰੂ ਰੂਪੀ ਨਾਮ ਦੇ ਜਲ ਤੋਂ ਬਗੈਰ ਕੁਮਲਾ ਜਾਏਗੀ ਤੇ ਜੀਵਨ ਐਵੇਂ ਚਲਾ ਜਾਏਗਾ, ਕਿਸੇ ਕੰਮ ਨਹੀਂ ਆਏਗੀ। ਤਾਂ ਗੁਰੂ ਸਾਹਿਬ ਕਹਿੰਦੇ ਨੇ ਮੇਘ ਬਿਨਾ ਜਿਉਂ ਖੇਤੀ ਜਾਏ, ਜਿਸ ਤਰ੍ਹਾਂ ਬਰਸਾਤ ਤੋਂ ਬਗੈਰ ਖੇਤੀ ਐਵੇਂ ਸੜ ਜਾਂਦੀ ਏ, ਸੁੱਕ ਜਾਂਦੀ ਏ, ਇਸੇ ਤਰ੍ਹਾਂ ਹੀ ਇਹ ਜੀਵ ਰੂਪੀ ਖੇਤੀ ਗੁਰੂ ਦੇ ਉਪਦੇਸ਼ ਰੂਪੀ ਜਲ ਤੋਂ ਬਗੈਰ ਐਵੇਂ ਚਲੀ ਜਾਂਦੀ ਹੈ, ਜੀਵਨ ਐਵੇਂ ਚਲਾ ਜਾਂਦਾ ਹੈ। ਪਾਤਸ਼ਾਹ ਕਹਿ ਰਹੇ ਨੇ ਹਾਂਜੀ, ਗੋਬਿੰਦ ਭਜਨ ਬਿਨ ਬਿਰਥੈ ਸਭ ਕਾਮ। ਸਪਸ਼ਟ ਹੋ ਗਿਆ ਕਿ ਮੇਘ ਹੈ ਕਿ ਗੋਬਿੰਦ ਦਾ ਭਜਨ। ਗੋਬਿੰਦ ਕਿਸ ਨੂੰ ਕਹਿੰਦੇ ਨੇ? ਗੋ ਮੈਨੇ ਇੰਦਰੀਆਂ, ਬਿੰਦ ਮੈਨੇ ਪ੍ਰਕਾਸ਼ਕ। ਸਾਰੀਆਂ ਇੰਦਰੀਆਂ ਦਾ ਪ੍ਰਕਾਸ਼ਕ ਜਿਹੜਾ ਮੇਰੇ ਤੁਹਾਡੇ ਸਭ ਦੇ ਅੰਦਰ ਬੈਠਾ ਹੈ, ਜਿਸ ਦੀ ਸਤਾ ਨਾਲ ਸਭ ਇੰਦਰੇ ਕੰਮ ਕਰ ਰਹੇ ਨੇ। ਅੱਖਾਂ ਉਸ ਦੀ ਸਤਾ ਨਾਲ ਦੇਖ ਰਹੀਆਂ ਨੇ, ਹੱਥ ਉਸ ਦੀ ਸਤਾ ਨਾਲ ਹਰਕਤ ਕਰ ਰਹੇ ਨੇ, ਪੈਰ ਉਸ ਦੀ ਸਤਾ ਨਾਲ ਟੁਰ ਰਹੇ ਨੇ, ਕੰਨ ਉਸ ਦੀ ਸਤਾ ਨਾਲ ਸੁਣ ਰਹੇ ਨੇ, ਜੀਭ ਉਸ ਦੀ ਸਤਾ ਨਾਲ ਬੋਲ ਰਹੀ ਹੈ। ਉਸ ਨੂੰ ਕਹਿੰਦੇ ਨੇ ਗੋਬਿੰਦ। ਉਸ ਨੂੰ ਕਹਿੰਦੇ ਨੇ ਗੋ ਮੈਨੇ ਇੰਦਰੀਆਂ, ਬਿੰਦ ਮੈਨੇ ਪ੍ਰਕਾਸ਼। ਗੋ ਮੈਨੇ ਪ੍ਰਿਥਵੀ, ਬਿੰਦ ਮੈਨੇ ਪ੍ਰਕਾਸ਼। ਸਾਰੀ ਪ੍ਰਿਥਵੀ ਦੇ ਚਾਰੇ ਖਾਣੀਆਂ ਕੁਦਰਤ ਕਾਇਨਾਤ ਵਿੱਚ ਜਿਸ ਦੀ ਸਤਾ ਕੰਮ ਕਰ ਰਹੀ ਹੈ। ਸਾਰੀ ਕੁਦਰਤ ਜਿਸ ਦੀ ਸਤਾ ਨਾਲ ਹਿਲਜੁਲ ਵਿੱਚ ਹੈ, ਉਸ ਨੂੰ ਕਹਿੰਦੇ ਨੇ ਗੋਬਿੰਦ। ਤਾਂ ਸਤਿਗੁਰ ਕਹਿੰਦੇ ਨੇ ਉਸ ਦੇ ਭਜਨ ਤੋਂ ਬਗੈਰ, ਉਸ ਦੀ ਵਡਿਆਈ ਤੋਂ ਬਗੈਰ, ਉਸ ਦੇ ਚਿੰਤਨ ਤੋਂ ਬਗੈਰ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਮਹਾਰਾਜ ਕਹਿੰਦੇ ਬਾਕੀ ਤੇ ਸਾਰੇ ਕੰਮ ਫਜ਼ੂਲ ਨੇ, ਬਾਕੀ ਸਾਰੇ ਕੰਮਾਂ ਦਾ ਤੇਰਾ ਕੱਖ ਨਹੀਂ ਵਟਿਆ ਜਾਏਗਾ। ਜੋ ਮਰਜ਼ੀ ਕਮਾ ਲੈ, ਜੋ ਮਰਜ਼ੀ ਖਾ ਲੈ, ਜੋ ਮਰਜ਼ੀ ਪਹਿਨ ਲੈ, ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਕਿਸੇ ਕੰਮ ਨਹੀਂ ਆਉਣਗੇ। ਤੈਨੂੰ ਕਿਸੇ ਨੇ ਵੀ ਨਹੀਂ ਜਾਣਨਾ ਕਦੀ ਸੰਸਾਰ ਤੇ ਆਇਆ ਵੀ ਸਾ ਕਿ ਨਹੀਂ ਸਾ ਆਇਆ। ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਪਾਤਸ਼ਾਹ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ। ਤਾਂ ਗੁਰੂ ਸਾਹਿਬ ਕਹਿ ਰਹੇ ਨੇ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਬਾਕੀ ਦੇ ਕੰਮ ਤੇਰੇ ਸਾਰੇ ਐਵੇਂ ਫਜ਼ੂਲ ਨੇ, ਕਿਸੇ ਕੰਮ ਨਹੀਂ ਆਉਣਗੇ। ਤਾਂ ਸਤਿਗੁਰੂ ਜੀ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ। ਮੈਂ ਤੇ ਇੱਥੋਂ ਤੱਕ ਵੀ ਕਹਿ ਦੇਵਾਂ, ਕਿਉਂਕਿ ਗ੍ਰਸਥ ਵਿੱਚ ਤੁਸੀਂ ਰਹਿੰਦੇ ਹੋ, ਗ੍ਰਸਥ ਜੀਵਨ ਵਿੱਚ ਰਹਿਣਾ। ਜਿਹੜੇ ਮਾਂ ਬਾਪ ਪੁੱਤਰਾਂ ਵਾਸਤੇ ਕੇਵਲ ਤੇ ਕੇਵਲ ਸਾਰੀ ਜ਼ਿੰਦਗੀ ਮਰ ਮਰ ਕੇ ਸਭ ਕੁਝ ਬਣਾਉਂਦੇ ਰਹਿੰਦੇ ਨੇ ਤੇ ਆਪਣਾ ਕੁਝ ਨਹੀਂ ਬਣਾਉਂਦੇ, ਅਖੀਰ ਤੇ ਉਹਨਾਂ ਨੂੰ ਔਲਾਦ ਹੀ ਕਹਿ ਦਿੰਦੀ ਹੈ। ਤੈਨੂੰ ਕੀ ਪਤਾ ਹੈ, ਤੂੰ ਸਾਰੀ ਉਮਰ ਕੀਤਾ ਕੀ ਹੈ? ਮੈਂ ਬੇਨਤੀ ਕਰ ਦਿਆਂ, ਤੈਨੂੰ ਕੀ ਸਮਝ ਹੈ? ਔਰ ਮੈਂ ਇੱਥੋਂ ਤੱਕ ਵੀ ਬੇਨਤੀ ਕਰ ਦੇਣਾ ਵਾ, ਮਾਂ ਬਾਪ ਸ਼ਾਇਦ 5, 4, 2, 3 ਬੱਚਿਆਂ ਨੂੰ ਇੱਕ ਨਿਗਾਹ ਨਾਲ ਪਾਲ ਸਕਦੇ ਨੇ, 2, 3 ਬੱਚੇ ਇੱਕ ਨਿਗਾਹ ਨਾਲ ਮਾਂ ਬਾਪ ਨੂੰ ਨਹੀਂ ਪਾਲ ਸਕਦੇ। ਕਈ ਵਾਰੀ ਤੇ ਐਸਾ ਹੁੰਦਾ ਹੈ ਕਿ ਮਾਂ ਨੂੰ ਮੈਂ ਰੱਖਾਂਗਾ, ਬਾਪੂ ਨੂੰ ਤੂੰ ਰੱਖ। ਸੰਸਾਰ ਦੀ ਕੇਵਲ ਤੇ ਕੇਵਲ ਇਹੀ ਪਰਿਭਾਸ਼ਾ ਹੈ, ਇਹੀ ਡੈਫੀਨੇਸ਼ਨ ਹੈ ਕੇਵਲ ਸੰਸਾਰ ਦੀ। ਇੱਥੇ ਹੀ ਖੜਾ ਹੈ ਸੰਸਾਰ। ਕੋਈ ਅੰਦਰੋਂ ਕਹਿ ਦਿੰਦਾ ਹੈ, ਕੋਈ ਬਾਹਰੋਂ ਕਹਿ ਦਿੰਦਾ ਹੈ। ਤੇ ਜਦੋਂ ਜੀਵ ਨਾਲ ਇਹ ਵਾਪਰਦੀ ਹੈ, ਫਿਰ ਇਹ ਮੱਥੇ ਨਾਲ ਹੱਥ ਮਾਰ ਮਾਰ ਕੇ, ਟੱਕਰਾਂ ਮਾਰ ਮਾਰ ਕੇ ਪਛਤਾਵਾ ਕਰਦਾ, ਫਿਰ ਪੱਲੇ ਕੁਛ ਨਹੀਂ ਪੈਂਦਾ। ਸਤਿਗੁਰੂ ਨੇ ਬਾਣੀ ਚ ਆਖਿਆ, ਪਾਧਾਣੂ ਸੰਸਾਰ ਗਾਰ ਬਟਿਆ। ਇਸ ਦੀ ਫਿਰ ਗੱਲ ਵੀ ਨਹੀਂ ਕੋਈ ਸੁਣਦਾ। ਇਹ ਚਾਹੁੰਦਾ ਹੈ ਕਿ ਕੋਈ ਮੇਰੇ ਨੇੜੇ ਆਣ ਕੇ ਮੇਰੀ ਗੱਲ ਸੁਣੇ, ਮੇਰੇ ਨਾਲ ਕੋਈ ਗੱਲ ਪੁੱਛੇ, ਪਰ ਕਿਉਂਕਿ ਉਹਨੂੰ ਲੋਕ ਅੱਜ ਕੱਲ੍ਹ ਜਨਰੇਸ਼ਨ ਗੈਪ ਕਹਿੰਦੇ ਨੇ, ਇਸ ਦੀ ਆਵਾਜ਼ ਨੂੰ ਕੋਈ ਸੁਣਨ ਨੂੰ ਤਿਆਰ ਨਹੀਂ।
ਬਲਕਿ ਕਈ ਵਾਰੀ ਤੇ ਇਸ ਦੀ ਮੰਜੀ ਨੂੰ ਦੂਰ ਡਾਹਣਾ ਚਾਹੁੰਦੇ ਨੇ ਕਿ ਸਾਡੇ ਜਿਹੜੇ ਗੈਸਟ ਆਉਣੇ ਨੇ ਉਹਨਾਂ ਵਿੱਚ ਡਿਸਟਰਬੈਂਸ ਨਾ ਹੋਵੇ। ਪਾਤਸ਼ਾਹ ਜੀ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਕਹਿੰਦੇ ਨੇ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਅਗਲੀ ਪੰਕਤੀ ਵਿੱਚ ਸਤਿਗੁਰੂ ਨੇ ਕਿਰਪਨ ਕੇ ਨਿਰਾਰਥ ਦਾਨ। ਸਤਿਗੁਰੂ ਕਹਿੰਦੇ ਨੇ ਜਿਵੇਂ ਕੰਜੂਸ ਦਾ ਜੋੜਿਆ ਹੋਇਆ ਪੈਸਾ ਉਹਦੇ ਕਿਸੇ ਕੰਮ ਨਹੀਂ ਆਉਂਦਾ, ਜਿਉਂ ਕਿਰਪਨ ਕੇ ਨਿਰਾਰਥ ਦਾਨ। ਨਿਰਾਰਥ ਦਾ ਮਤਲਬ ਹੁੰਦਾ ਨਿਰਅਰਥ, ਕਿਸੇ ਕੰਮ ਨਹੀਂ। ਜਿਵੇਂ ਕੰਜੂਸ ਨੇ ਆਪਣਾ ਪੈਸਾ ਜੋੜ ਕੇ ਉਹਦੇ ਤੋਂ ਆਪਣਾ ਸੁੱਖ ਨਹੀਂ ਲਿਆ, ਜੋੜ ਜੋੜ ਕੇ ਵੀ ਸੁੱਖ ਕਿਸੇ ਦਾ ਹੀ ਬਣਾਇਆ, ਆਪਣੇ ਨਸੀਬ ਵਿੱਚ ਉਹਦਾ ਸੁੱਖ ਵੀ ਨਹੀਂ ਹੋਇਆ। ਗੁਰਦੇਵ ਕਹਿ ਰਹੇ ਆਪਣਾ ਸੁੱਖ ਹੋਣਾ ਸੀ, ਕੁਝ ਆਪਣੇ ਵਾਸਤੇ ਖਰਚ ਕਰਦਾ, ਕੁਝ ਗਰੀਬ ਵਾਸਤੇ ਖਰਚ ਕਰਦਾ, ਦਾਨ ਪੁੰਨ ਕਰ ਲੈਂਦਾ, ਉਹ ਨਹੀਂ ਕੀਤਾ। ਉਹ ਨਹੀਂ ਕੀਤਾ ਤੇ ਸਤਿਗੁਰ ਕਹਿੰਦੇ ਨੇ ਇਹਦਾ ਜੀਵਨ ਐਵੇਂ ਚਲਾ ਗਿਆ ਹੈ। ਜੋ ਕਿਰਪਨ ਕੇ ਨਿਰਾਰਥ ਦਾਮ, ਕਿਰਪਨ ਕੰਜੂਸ ਨੂੰ ਕਹਿੰਦੇ ਨੇ। ਸਤਿਗੁਰ ਕਹਿੰਦੇ ਨੇ ਕੰਜੂਸ ਬੰਦੇ ਦੀ ਜ਼ਿੰਦਗੀ ਐਵੇਂ ਚਲੀ ਜਾਂਦੀ ਹੈ। ਤੇ ਜਿਸ ਨੇ ਆਪਣੇ ਸਵਾਸਾਂ ਨੂੰ ਗੁਰੂ ਦੇ ਨਾਮ ਦੀ ਖਰੀਦ ਨਹੀਂ ਕੀਤੀ ਤੇ ਸਭ ਤੋਂ ਵੱਡਾ ਕੰਜੂਸ ਹੈ ਉਹ। ਮੈਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਟੋਡੀ ਰਾਗ ਵਿੱਚੋਂ ਇੱਕ ਬੇਨਤੀ ਕਰ ਦੇਵਾਂ। ਕਿਸੇ ਬੰਦੇ ਕੋਲ ਪੈਸੇ ਹੋਣ ਤੇ ਉਸਨੇ ਕੱਪੜੇ ਮੈਲੇ ਮਾੜੇ ਪਾਏ ਹੋਣ ਨਾ, ਤੇ ਲੋਕ ਕਹਿੰਦੇ ਨੇ ਇਹ ਬੜਾ ਕੰਜੂਸ ਹੈ, ਵੇਖ ਲੋ ਪਾਉਂਦਾ ਵੀ ਨਹੀਂ, ਇਹ ਕੱਪੜੇ ਕਿੰਨੇ ਮੈਲੇ ਨੇ। ਸਤਿਗੁਰੂ ਅਰਜਨ ਸਾਹਿਬ ਅਧਿਆਤਮਿਕ ਤੌਰ ਤੇ ਕੰਜੂਸ ਬੰਦੇ ਦੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਕਰਦੇ ਨੇ ਤੇ ਕਹਿੰਦੇ ਨੇ ਕਿਰਪਨ ਮਨ ਤਨ ਕਿਲ ਵਿਖ ਪਏ। ਆਖਿਆ ਓਏ ਕੰਜੂਸ, ਤੂੰ ਕਦੀ ਝਾਤੀ ਨਹੀਂ ਮਾਰੀ, ਤੇਰਾ ਮਨ ਵੀ ਤੇ ਤਨ ਵੀ ਮੈਲ ਨਾਲ ਭਰਿਆ ਹੈ, ਪਾਪਾਂ ਨਾਲ ਭਰਿਆ ਹੈ। ਕਿਉਂ? ਕਿਉਂਕਿ ਤੂੰ ਆਪਣੇ ਸਵਾਸਾਂ ਨੂੰ ਕਦੀ ਬਾਣੀ ਤੇ ਖਰਚ ਹੀ ਨਹੀਂ ਕੀਤਾ। ਬੜਾ ਵੱਡਾ ਕੰਜੂਸ ਹੈ ਤੂੰ, ਗੁਰੂ ਅਰਜਨ ਸਾਹਿਬ ਕਹਿੰਦੇ ਨੇ। ਕਿਰਪਨ ਮਨ ਤਨ ਕਿਲ ਵਿਖ ਭਰੇ। ਆਖਿਆ ਆ ਹਾਲੀ ਵੀ ਮੈਂ ਤੈਨੂੰ ਖਰਚਣ ਦੀ ਜਾਚ ਦੱਸਾਂ। ਸਾਧ ਸੰਗ ਭਜਨ ਕਰ ਸੁਆਮੀ, ਢਾਕਣ ਕੋਈ ਕਹਰੇ। ਆਖਿਆ ਸਤਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਭਜਨ ਕਰਿਆ ਕਰ, ਤੇਰੀ ਇੱਜ਼ਤ ਨੂੰ ਢੱਕ ਲਏਗਾ, ਤੇਰੀ ਕਾਲਖ ਨੂੰ ਢੱਕ ਲਏਗਾ, ਤੇਰੀ ਮੈਲ ਨੂੰ ਢੱਕ ਲਏਗਾ। ਤਾਂ ਸਤਿਗੁਰੂ ਕਹਿ ਰਹੇ ਨੇ ਜਿਉਂ ਕਿਰਪਨ ਕੇ ਨਿਰਾਰਥ ਦਾਮ। ਨਿਰਾਰਥ ਕਿਸੇ ਕੰਮ ਨਹੀਂ, ਦਾਮ ਮੈਨੇ ਪੈਸੇ। ਅਗਲੀ ਪੰਕਤੀ ਗੁਰਦੇਵ ਕਹਿ ਰਹੇ ਨੇ, ਹਾਂਜੀ। ਤਨ ਤਨ ਤੇ ਜਨ ਜੇ ਘਟ ਬਸਿਓ ਹਰ ਨਾਉ। ਸਤਿਗੁਰੂ ਕਹਿੰਦੇ ਨੇ ਇਹਦੇ ਮੁਕਾਬਲੇ ਤੇ ਉਹ ਜੀਵ, ਉਹ ਜਨ ਧਨਤਾ ਯੋਗ ਨੇ। ਤਨ ਤਨ ਤੇ ਜਨ। ਮਹਾਰਾਜ ਕਹਿੰਦੇ ਉਹ ਰੱਬ ਦੇ ਪਿਆਰੇ ਧਨਤਾ ਯੋਗ ਨੇ। ਉਹ ਤਨ ਨੇ। ਧਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਅੰਦਰ 3 ਪ੍ਰਕਾਰ ਨਾਲ ਹੈ। ਜਿੱਥੇ ਧੱਦਾ ਤੇ ਨੰਨੇ ਥੱਲੇ ਔਂਕੜ ਨਹੀਂ, ਉਚਾਰਨ ਉਹਦਾ ਵੀ ਧਨ ਹੈ, ਪਰ ਉਹਦਾ ਅਰਥ ਹੈ ਇਸਤਰੀ। ਧਨ ਫਿਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ। ਜਿੱਥੇ ਧਨ ਦੇ ਨੰਨੇ ਥੱਲੇ ਔਂਕੜ ਹੈ ਉੱਥੇ ਧਨ ਪਦਾਰਥ, ਧਨ ਮਾਲ। ਜਿੱਥੇ ਉੱਤੇ ਅੰਗ ਟਿੱਪੀ ਹੈ ਵਡਿਆਈ ਵਾਸਤੇ, ਧਨ ਧਨਤਾ ਯੋਗ। ਤਾਂ ਸਤਿਗੁਰ ਕਹਿੰਦੇ ਧਨ ਧਨ ਤੇ ਜਨ। ਮਹਾਰਾਜ ਕਹਿੰਦੇ ਨੇ ਉਹ ਜਨ ਰੱਬ ਦੇ ਪਿਆਰੇ ਧਨਤਾ ਯੋਗ ਨੇ। ਕਿਹੜੇ? ਜਿਹੇ ਘਟ ਬਸਿਓ ਹਰ ਨਾਉ। ਘਟ ਦੇ ਟੈਕ ਸ਼ਬਦ ਨੂੰ ਸਿਆਰੀਏ ਹਿਰਦੇ ਰੂਪੀ ਘਟ ਵਿੱਚ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਿਆ ਉਹ ਧਨਤਾ ਯੋਗ ਨੇ। ਜਿਨ੍ਹਾਂ ਦੀ ਕਹਿਣੀ ਤੇ ਕਰਨੀ ਵਿੱਚ ਨਾਮ ਹੈ ਉਹ ਧਨਤਾ ਯੋਗ ਨੇ। ਪ੍ਰੈਕਟੀਕਲ ਜੀਵਨ ਜਿਨ੍ਹਾਂ ਦਾ ਅਮਲ ਬਣ